ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ। ਮੈਂ ਗੁਰਜਿੰਦਰ ਸਿੰਘ ਪੰਗੂ। ਦਰਸ਼ਕੋ, ਕਿਸਾਨੀ ਅੰਦੋਲਨ ਚੱਲਦੇ ਨੂੰ ਲੰਮਾ ਸਮਾਂ ਹੋ ਗਿਆ। ਦਿੱਲੀ ਬੈਠੇ ਹੋਏ ਕਿਸਾਨਾਂ ਨੂੰ ਨਵੰਬਰ ਦੇ ਵਿੱਚ 1 ਸਾਲ ਹੋ ਜਾਣਾ, ਪਰ ਬੀਜੇਪੀ ਸਰਕਾਰ ਨਾਲ ਜੋ 11 ਗੇੜ ਦੀ ਮੀਟਿੰਗ ਹੋਈ ਸੀ ਉਹ ਮੀਟਿੰਗ ਬੇਸਿੱਟਾ ਰਹੀ। ਉਸ ਤੋਂ ਬਾਅਦ ਸਰਕਾਰ ਦੀ ਤੇ ਕਿਸਾਨ ਆਗੂਆਂ ਦੀ ਕੋਈ ਆਪਸੀ ਗੱਲਬਾਤ ਨਹੀਂ ਹੋ ਸਕੀ ਤੇ ਕਿਸਾਨੀ ਅੰਦੋਲਨ ਲਗਾਤਾਰ ਨਿਰੰਤਰ ਆਪਣੀ ਥਾਂ ਉੱਤੇ ਜਾਰੀ ਹੈ। ਬੀਤੇ ਦਿਨੀ ਤੁਸੀਂ ਦੇਖਿਆ ਹੋਊਗਾ ਕਿ ਖੇਤੀਬਾੜੀ ਮੰਤਰੀ ਜੋ ਨਰਿੰਦਰ ਤੋਮਰ ਨੇ ਉਹ ਲਗਾਤਾਰ ਬਿਆਨ ਦਿੰਦੇ ਨੇ ਕਿ ਅਸੀਂ ਸਰਕਾਰ ਯਾਨੀ ਕਿ ਬੀਜੇਪੀ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਲਈ ਤਿਆਰ ਹੈ, ਪਰ ਦੂਜੇ ਪਾਸੇ ਕਿਸਾਨ ਕਹਿੰਦੇ ਨੇ ਕਿ ਅਸੀਂ ਵੀ ਗੱਲਬਾਤ ਲਈ ਤਿਆਰ ਹਾਂ, ਸਾਨੂੰ ਕੋਈ ਸੱਦਾ ਪੱਤਰ ਤਾਂ ਆਵੇ ਫਿਰ ਹੀ ਕੋਈ ਗੱਲਬਾਤ ਸੰਭਵ ਹੋ ਪਾਊਗੀ। ਪਰ ਇਸੇ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਮੈਗਜ਼ੀਨ ਨੂੰ ਇੰਟਰਵਿਊ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਮੈਂ ਜੋ ਫੈਸਲੇ ਕਰਦਾ ਹਾਂ ਮੈਂ ਖਰੇ ਫੈਸਲੇ ਕਰਦਾ ਹਾਂ ਤੇ ਮੈਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਦਾ। ਦੂਜੀ ਗੱਲ ਨਰਿੰਦਰ ਮੋਦੀ ਨੇ ਕਹੀ ਕਿ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਜੇਕਰ ਦੇਸ਼ ਦੇ ਪ੍ਰਧਾਨ ਮੰਤਰੀ ਇਹ ਗੱਲ ਕਹਿੰਦੇ ਨੇ ਕਿ ਜੋ ਮੈਂ ਫੈਸਲੇ ਕਰਦਾ ਹਾਂ ਉਹ ਫੈਸਲੇ ਖਰੇ ਫੈਸਲੇ ਹੁੰਦੇ ਨੇ, ਮੈਂ ਉਸ ਫੈਸਲੇ ਤੋਂ ਮੈਂ ਪਿੱਛੇ ਨਹੀਂ ਹਟਦਾ। ਜੇਕਰ ਨਰਿੰਦਰ ਮੋਦੀ ਇਹ ਇਸ਼ਾਰਾ ਕਰਨਾ ਚਾਹੁੰਦੇ ਨੇ ਕਿ ਮੈਂ ਖੇਤੀ ਕਾਨੂੰਨ ਰੱਦ ਨਹੀਂ ਕਰੂੰਗਾ, ਤਾਂ ਫਿਰ ਨਰਿੰਦਰ ਮੋਦੀ ਇਹ ਗੱਲ ਕਿਉਂ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ? ਕਿਉਂਕਿ ਕਿਸਾਨ ਤਾਂ ਕਹਿੰਦੇ ਨੇ ਕਿ ਜੋ 3 ਖੇਤੀ ਕਾਨੂੰਨ ਪਾਸ ਕੀਤੇ ਗਏ ਨੇ ਇਹ 3 ਖੇਤੀ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਬੀਜੇਪੀ ਸਰਕਾਰ ਕਹਿੰਦੀ ਹੈ ਕਿ ਅਸੀਂ ਖੇਤੀ ਕਾਨੂੰਨ ਰੱਦ ਨਹੀਂ ਕਰਾਂਗੇ, ਅਸੀਂ ਇਹਨਾਂ 'ਚ ਅਮੈਂਡਮੈਂਟਾਂ ਕਰ ਦਿੰਦੇ ਹਾਂ। ਪਰ ਬੀਜੇਪੀ ਸਰਕਾਰ ਲਗਾਤਾਰ ਇਹ ਵੀ ਗੱਲਾਂ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਦੇ ਲਈ ਤਿਆਰ ਹਾਂ, ਕਿਸਾਨ ਜਦੋਂ ਮਰਜ਼ੀ ਆਉਣ ਆ ਕੇ ਸਾਡੇ ਨਾਲ ਕਿਸਾਨ ਗੱਲ ਕਰ ਸਕਦੇ ਨੇ। ਪਰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਇਹ ਗੱਲ ਕਹਿਣੀ ਕਿ ਮੈਂ ਜੋ ਫੈਸਲੇ ਕਰਦਾ ਹਾਂ ਮੈਂ ਖਰੇ ਫੈਸਲੇ ਕਰਦਾ ਹਾਂ, ਇਹ ਕਿਸਾਨਾਂ ਦੇ ਹਿੱਤ ਦੇ ਵਿੱਚ ਨਹੀਂ ਲੱਗਦੇ। ਕਿਉਂਕਿ ਕਿਸਾਨ ਤਾਂ ਜਿਵੇਂ ਮੈਂ ਕਹਿ ਕੇ ਹਟਿਆ ਕਿ ਕਿਸਾਨ ਕਹਿੰਦੇ ਨੇ ਕਿ ਕਾਨੂੰਨ ਰੱਦ ਕੀਤੇ ਜਾਣ। ਦੂਜੇ ਪਾਸੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਨੇ ਕਿ ਮੈਂ ਫੈਸਲੇ ਤੋਂ ਪਿੱਛੇ ਨਹੀਂ ਹਟਦਾ। ਦਰਸ਼ਕੋ, ਇਹਦੇ 'ਚ ਦੇਖਣ ਵਾਲੀ ਗੱਲ ਹੈ ਕਿ ਹਿੰਦੁਸਤਾਨ ਇੱਕ ਲੋਕਤੰਤਰਕ ਦੇਸ਼ ਹੈ, ਡੈਮੋਕ੍ਰੈਟਿਕ ਦੇਸ਼ ਹੈ, ਲੋਕਾਂ ਦੁਆਰਾ ਬੀਜੇਪੀ ਸਰਕਾਰ ਚੁਣੀ ਗਈ ਹੈ। ਜੇਕਰ ਲੋਕ ਹੀ ਮੰਗ ਕਰ ਰਹੇ ਨੇ, ਜੋ 3 ਖੇਤੀ ਕਾਨੂੰਨ ਬਣਾਏ ਨੇ, ਖੇਤੀ ਨਾਲ ਸੰਬੰਧਿਤ 3 ਕਾਨੂੰਨ ਬਣਾਏ ਨੇ, ਜੇਕਰ ਲੋਕ ਕਹਿੰਦੇ ਨੇ ਕਿ ਇਹ ਕਾਨੂੰਨ ਰੱਦ ਕਰ ਦਿਓ, ਤਾਂ ਬੀਜੇਪੀ ਸਰਕਾਰ ਜੋ ਕਹਿੰਦੀ ਹੈ ਕਿ ਅਸੀਂ ਲੋਕਾਂ ਦੁਆਰਾ ਚੁਣੀ ਗਈ ਸਰਕਾਰ ਆ, ਤਾਂ ਫਿਰ ਲੋਕਾਂ ਦੇ ਫੈਸਲੇ ਮੰਨਣ ਤੋਂ ਕਿਉਂ ਇਨਕਾਰੀ ਹੈ? ਡਿਕਟੇਟਰਸ਼ਿਪ ਕਿਉਂ ਹੈ? ਕਿਉਂ ਨਰਿੰਦਰ ਮੋਦੀ ਕਹਿੰਦੇ ਨੇ ਕਿ ਅਸੀਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਾਂਗੇ? ਲਗਾਤਾਰ ਤੁਸੀਂ ਦੇਖਿਆ ਹੋਊਗਾ ਕਿ ਜਿੰਨਾ ਟਾਈਮ ਕਿਸਾਨੀ ਅੰਦੋਲਨ ਨੂੰ ਚੱਲਦਿਆਂ ਹੋਇਆ ਹੋ ਗਿਆ, ਲੰਮੇ ਸਮੇਂ ਤੋਂ ਕਿਸਾਨ ਦਿੱਲੀ ਦੀਆਂ ਸੜਕਾਂ ਘੇਰ ਕੇ ਬੈਠੇ ਹੋਏ ਨੇ। ਗੱਲਬਾਤ ਤਾਂ ਕਿਸੇ ਪਾਸੇ ਨਹੀਂ ਲੱਗ ਰਹੀ, ਕਿਸੇ ਸਿੱਟੇ ਤੇ ਗੱਲਬਾਤ ਨਹੀਂ ਪੁੱਜ ਰਹੀ, ਪਰ ਬੀਜੇਪੀ ਸਰਕਾਰ ਕਹਿੰਦੀ ਕਿ ਅਸੀਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਾਂਗੇ। ਦੂਜਾ ਉਹੀ ਜਿਵੇਂ ਬੀਜੇਪੀ ਸਰਕਾਰ ਬਾਰ-ਬਾਰ ਕਹਿੰਦੀ ਹੈ ਕਿ ਅਸੀਂ ਜੋ 3 ਖੇਤੀ ਨਾਲ ਸੰਬੰਧਿਤ ਕਾਨੂੰਨ ਬਣਾਏ ਨੇ ਇਹ ਅਸੀਂ ਕਿਸਾਨਾਂ ਦੇ ਫਾਇਦੇ ਲਈ ਬਣਾਏ ਨੇ, ਇਹ ਜੋ ਕਾਨੂੰਨ ਨੇ ਕਿਸਾਨਾਂ ਦੀ ਇਹ ਆਮਦਨ ਦੁੱਗਣੀ ਕਰ ਦੇਣਗੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਕਿ ਇਹ ਜੋ ਕਾਨੂੰਨ ਨੇ ਕਿਸਾਨਾਂ ਦੇ ਹਿੱਤ ਦੇ ਵਿੱਚ ਕਾਨੂੰਨ ਨੇ। ਕੁਝ ਸੂਬਿਆਂ ਦੇ ਮੁੱਖ ਮੰਤਰੀ ਨੇ ਜੋ ਸਰਕਾਰਾਂ ਨੂੰ ਚਿੱਠੀ ਲਿਖ ਕੇ ਕਹਿੰਦੇ ਸੀ ਕਿ ਤੁਸੀਂ ਇਹ ਕਾਨੂੰਨ ਬਣਾਓ, ਇਹ ਕਾਨੂੰਨ ਲੈ ਕੇ ਆਓ। ਜਦੋਂ ਉਹ ਕਾਨੂੰਨ ਅਸੀਂ ਲੈ ਕੇ ਆ ਗਏ ਤਾਂ ਉਹਨਾਂ ਨੇ ਯੂ ਟਰਨ ਲੈ ਲਿਆ, ਉਹ ਆਪਣੀਆਂ ਗੱਲਾਂ ਤੋਂ ਪਿੱਛੇ ਹਟ ਗਏ। ਕਿਉਂਕਿ ਅਸੀਂ ਦੇਸ਼ ਦੇ ਹਿੱਤ ਦੇ ਵਿੱਚ ਸੋਚਦੇ ਹਾਂ, ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਸੋਚਦੇ ਹਾਂ, ਤਾਂ ਜੋ ਇਹ ਸਾਡੇ ਵਿਰੋਧੀ ਲੀਡਰ ਨੇ, ਸਿਆਸੀ ਵਿਰੋਧੀ ਲੀਡਰ ਨੇ, ਉਹਨਾਂ ਤੋਂ ਇਹ ਗੱਲ ਹਜਮ ਨਹੀਂ ਹੁੰਦੀ। ਨਰਿੰਦਰ ਮੋਦੀ ਨੇ ਕਿਹਾ ਕਿ ਸਾਨੂੰ ਉਹ ਕਹਿੰਦੇ ਸੀ ਤੁਸੀਂ ਕਾਨੂੰਨ ਬਣਾਓ, ਪਰ ਜੇਕਰ ਗੱਲ ਕੀਤੀ ਜਾਵੇ, ਪਰ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਜੋ ਖੇਤੀ ਕਰਦੇ ਨੇ, ਜੋ ਜ਼ਮੀਨਾਂ ਦੇ ਨਾਲ ਸੰਬੰਧਿਤ ਲੋਕ ਨੇ, ਤੁਸੀਂ ਉਹਨਾਂ ਦੀ ਰਾਏ ਲਈ ਤੁਸੀਂ ਬੇਸ਼ੱਕ ਚਿੱਠੀਆਂ ਤਾਂ ਕਬੂਲ ਕਰ ਲਈਆਂ, ਦੂਜੇ ਮੁੱਖ ਮੰਤਰੀ ਦੀਆਂ, ਦੂਜੇ ਸੂਬੇ ਦੇ ਲੀਡਰਾਂ ਦੀਆਂ ਚਿੱਠੀਆਂ ਤਾਂ ਤੁਸੀਂ ਕਬੂਲ ਕਰ ਲਈਆਂ, ਕਿ ਤੁਸੀਂ ਉਹਨਾਂ ਲੋਕਾਂ ਦੀ ਰਾਏ ਲਈ ਉਹਨਾਂ ਦੇ ਕਿਸਾਨ ਆਗੂਆਂ ਨੂੰ ਤੁਸੀਂ ਮੀਟਿੰਗ ਦੇ ਵਿੱਚ ਬੁਲਾਇਆ, ਉਹਨਾਂ ਨੂੰ ਕਿ ਅਸੀਂ ਕਾਨੂੰਨ ਲੈ ਕੇ ਆਉਣੇ ਨੇ? ਜੇਕਰ ਤੁਸੀਂ ਕਹਿੰਦੇ ਹੋ ਕਿ ਅਸੀਂ ਫੈਸਲੇ ਤੋਂ ਪਿੱਛੇ ਨਹੀਂ ਹਟਾਂਗੇ, ਤਾਂ ਫਿਰ ਤੁਸੀਂ ਅਮੈਂਡਮੈਂਟ ਲਈ ਕਿਉਂ ਮੰਨਦੇ ਹੋ? ਤੁਸੀਂ ਕਿਉਂ ਕਹਿੰਦੇ ਹੋ ਕਿ ਅਸੀਂ ਅਮੈਂਡਮੈਂਟ ਲਈ ਰਾਜੀ? ਕਿ ਤੁਸੀਂ ਜੋ ਵੱਡੇ ਕਿਸਾਨ ਆਗੂ ਨੇ ਬਲਵੀਰ ਸਿੰਘ ਰਾਜੇਵਾਲ, ਉਹ ਇਹ ਗੱਲ ਕਹਿ ਚੁੱਕੇ ਨੇ ਕਿ ਸਰਕਾਰ ਸਾਨੂੰ ਕਹਿ ਚੁੱਕੀ ਹੈ, ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਨੂੰ ਕਹਿ ਚੁੱਕਿਆ ਕਿ ਇਹ ਅਸੀਂ ਹੋਲਡ 'ਤੇ ਪਾ ਦਿੰਦੇ ਹਾਂ, ਤੁਸੀਂ ਸਾਡੀ ਗੱਲ ਮੰਨੋ, ਅਸੀਂ ਇਹਨਾਂ ਕਾਨੂੰਨਾਂ ਨੂੰ ਛੇੜਾਂ ਤੱਕ ਗਏ ਵੀ ਨਹੀਂ, ਅਸੀਂ ਛੇੜਾਂਗੇ ਨਹੀਂ ਕਾਨੂੰਨਾਂ ਨੂੰ। ਜੇਕਰ ਤੁਸੀਂ ਇੱਥੇ ਤੱਕ ਆ ਗਏ ਕਿ ਅਸੀਂ ਅਮੈਂਡਮੈਂਟ ਕਰ ਦਿੰਦੇ ਹਾਂ, ਕਾਨੂੰਨ ਅਸੀਂ ਇੱਕ ਪਾਸੇ ਕਰ ਦਿੰਦੇ ਹਾਂ, ਸਾਨੂੰ ਰੱਦ ਕਰਨ ਨੂੰ ਨਾ ਕਹੋ, ਤਾਂ ਫਿਰ ਤੁਹਾਡਾ ਇਹ ਫੈਸਲਾ ਕਿੱਥੋਂ ਤੱਕ ਜਾਇਜ਼ ਹੈ ਕਿ ਅਸੀਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟ? ਜੇਕਰ ਗੱਲ ਕੀਤੀ ਜਾਵੇ ਭਾਰਤ ਦੇਸ਼ ਦੀ, ਹੁਣ ਜੋ ਅੰਦੋਲਨ ਪੰਜਾਬ ਤੋਂ ਚੱਲਿਆ ਸੀ, ਭਾਰਤ ਦੇਸ਼ ਦੇ ਵਿੱਚ ਅਲੱਗ-ਅਲੱਗ ਸੂਬਿਆਂ ਦੇ ਵਿੱਚ ਇਹ ਅੰਦੋਲਨ ਫੈਲ ਚੁੱਕਿਆ। ਪਿਛਲੇ ਦਿਨੀ ਜੋ 5 ਸਤੰਬਰ ਨੂੰ ਯੂਪੀ ਦੇ ਮੁਜ਼ੱਫਰਨਗਰ ਦੇ ਵਿੱਚ ਬੜੀ ਵੱਡੀ ਕਿਸਾਨ ਮਹਾਪੰਚਾਇਤ ਹੋਈ ਸੀ। ਉਸ ਤੋਂ ਬਾਅਦ ਕਰਨਾਲ ਦੇ ਵਿੱਚ ਜੋ ਇਕੱਠ ਹੋਏ ਸੀ, ਉਹ ਇਕੱਠ ਸਾਰੇ ਤੁਹਾਡੇ ਸਾਹਮਣੇ ਹੈ। ਹੁਣ ਖਾਸ ਕਰਕੇ ਯੂਪੀ ਦੇ ਵਿੱਚ ਫਰਵਰੀ ਦੇ ਵਿੱਚ ਵਿਧਾਨ ਸਭਾ ਚੋਣਾਂ ਨੇ, ਕਿਸਾਨਾਂ ਵੱਲੋਂ ਮੁਹਿੰਮ ਵਿੱਢੀ ਗਈ ਹੈ ਕਿ ਅਸੀਂ ਬੀਜੇਪੀ ਸਰਕਾਰ ਦਾ ਵਿਰੋਧ ਕਰਾਂਗੇ ਅਸੀਂ ਯੂਪੀ ਦੇ ਵਿੱਚ ਜਾ ਕੇ, ਕਿਉਂਕਿ ਯੂਪੀ ਦਾ ਰਾਹ ਹੀ ਇਹੋ ਜਿਹਾ ਰਾਹ ਹੈ ਜੋ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਜਾਂਦਾ। ਕਿਉਂਕਿ 80 ਸੀਟਾਂ ਨੇ ਜੋ ਮੈਂਬਰ ਪਾਰਲੀਮੈਂਟ ਦੀਆਂ ਯੂਪੀ ਦੇ ਵਿੱਚ 80 ਸੀਟਾਂ ਨੇ, ਉਹਨੂੰ ਲੈ ਕੇ ਬੀਜੇਪੀ ਸਰਕਾਰ ਨੂੰ ਵੀ ਕਿਤੇ ਨਾ ਕਿਤੇ ਖਦਸ਼ੇ ਨੇ ਕਿ ਸਾਨੂੰ ਕਿਸਾਨ ਅੰਦੋਲਨ ਕਰਕੇ ਯੂਪੀ ਦੇ ਵਿੱਚ ਸਾਨੂੰ
ਇੱਕ ਬੜਾ ਵੱਡਾ ਨੁਕਸਾਨ ਝੱਲਣਾ ਪੈ ਸਕਦਾ। ਪਰ ਇਸ ਦੇ ਵਿੱਚ ਬੀਜੇਪੀ ਸਰਕਾਰ ਆਪਣੇ ਆਪ ਨੂੰ ਬੜੇ ਉਹ ਇੱਕ ਬਣਾ ਕੇ ਪੇਸ਼ ਕਰਦੇ ਨੇ ਕਿ ਅਸੀਂ ਜੋ ਫੈਸਲਾ ਲੈ ਲੈਂਦੇ ਹਾਂ, ਅਸੀਂ ਜੋ ਇੱਕ ਵਾਰ ਗੱਲ ਕਹਿ ਦਿੰਦੇ ਹਾਂ ਉਸ ਗੱਲ ਤੋਂ ਅਸੀਂ ਪਿੱਛੇ ਨਹੀਂ ਮੁੜਦੇ, ਉਸ ਫੈਸਲੇ ਤੋਂ ਅਸੀਂ ਪਿੱਛੇ ਨਹੀਂ ਮੁੜਦੇ। ਹਾਲਾਂਕਿ ਬਾਰ-ਬਾਰ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦਾ ਇਹ ਬਿਆਨ ਆਉਂਦਾ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਜਦੋਂ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ ਤਾਂ ਉਹ ਕਹਿੰਦੇ ਨੇ ਕਿ ਸਰਕਾਰ ਕਹਿੰਦੀ ਤਾਂ ਹੈ ਗੱਲਬਾਤ ਲਈ ਤਿਆਰ ਹੈ, ਪਰ ਕੋਈ ਗੱਲਬਾਤ ਕਰੇ ਤਾਂ ਸਹੀ। ਇਹ ਸਿਰਫ ਅਖਬਾਰੀ ਬਿਆਨਬਾਜ਼ੀਆਂ ਨੇ। ਅਖਬਾਰਾਂ ਦੇ ਰਾਹੀਂ ਸਰਕਾਰ ਇਹ ਭਰਮਾਉਣਾ ਚਾਹੁੰਦੀ ਹੈ ਕਿ ਅਸੀਂ ਸਹੀ ਹਾਂ, ਅਸੀਂ ਤਾਂ ਗੱਲਬਾਤ ਲਈ ਸੱਦਦੇ ਹਾਂ, ਕਿਸਾਨ ਹੀ ਗੱਲਬਾਤ ਨਹੀਂ ਕਰਦੇ। ਦੂਜੇ ਪਾਸੇ ਬੀਜੇਪੀ ਸਰਕਾਰ ਫਿਰ ਉਹੀ ਗੱਲ ਦੁਹਰਾਉਂਦੀ ਹੈ ਬਾਰ-ਬਾਰ, ਜੋ ਲੰਮੇ ਸਮੇਂ ਤੋਂ ਦੁਹਰਾ ਰਹੀ ਹੈ ਕਿ ਕਿਸਾਨ ਵਿਰੋਧੀ ਸਿਆਸੀ ਪਾਰਟੀਆਂ ਦੇ ਚੱਕੇ ਹੋਏ ਨੇ, ਕਿਸਾਨ ਵਿਰੋਧੀ ਪਾਰਟੀਆਂ ਦੇ ਹੱਥਾਂ ਦੇ ਵਿੱਚ ਚੜ੍ਹ ਕੇ ਉਹ ਅੰਦੋਲਨ ਕਰ ਰਹੇ ਨੇ। ਪਰ ਜੇਕਰ ਬੀਜੇਪੀ ਸਰਕਾਰ ਦੇਸ਼ ਦੇ ਹਾਲਾਤਾਂ ਨੂੰ ਸਮਝੇ, ਜੇਕਰ ਬੀਜੇਪੀ ਸਰਕਾਰ ਪੰਜਾਬ ਦੇ ਹਾਲਾਤਾਂ ਨੂੰ ਸਮਝੇ, ਜਿੱਥੋਂ ਇਹ ਅੰਦੋਲਨ ਚੱਲਿਆ ਸੀ, ਜਿੱਡਾ ਲੰਮਾ ਇਹ ਅੰਦੋਲਨ ਹੋ ਗਿਆ, ਹੁਣ ਤਾਂ ਬੀਜੇਪੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੋ ਇਹ ਅੰਦੋਲਨ ਹੈ, ਇਹ ਅੰਦੋਲਨ ਲੋਕ ਮਨਾਂ ਦੀ ਲੜਾਈ ਹੈ, ਇਹ ਲੋਕਾਂ ਦੇ ਘਰਾਂ ਦੀ ਚੁੱਲ੍ਹਿਆਂ ਦੀ ਲੜਾਈ ਹੈ, ਨਾ ਕਿ ਕਿਸੇ ਸਿਆਸੀ ਪਾਰਟੀਆਂ ਦੇ ਚੱਕੇ ਹੋਏ ਕਿਸਾਨ ਅੰਦੋਲਨ ਕਰ ਰਹੇ ਨੇ। ਖੇਤੀ ਨਾਲ ਬਣਾਏ ਹੋਏ ਤਿੰਨੇ ਕਾਨੂੰਨ ਨੇ, ਜੋ ਇਹ ਤਿੰਨੇ ਕਾਨੂੰਨ ਖੇਤੀ ਲਈ ਘਾਤਕ ਨੇ। ਬਾਰ-ਬਾਰ ਕਿਸਾਨ ਆਗੂ ਇਹ ਗੱਲ ਕਹਿੰਦੇ ਨੇ ਕਿ ਜੋ 3 ਖੇਤੀ ਕਾਨੂੰਨ ਬਣਾਏ ਨੇ ਇਹ ਸਾਡੇ ਲਈ ਘਾਤਕ ਨੇ। ਬਲਵੀਰ ਸਿੰਘ ਰਾਜੇਵਾਲ ਤਾਂ ਇਹ ਗੱਲ ਕਹਿੰਦੇ ਨੇ ਕਿ 2017 ਦੇ ਵਿੱਚ ਜਦੋਂ ਨੀਤੀ ਆਯੋਗ ਦੀ ਮੀਟਿੰਗ ਹੋਈ ਸੀ, ਮੈਨੂੰ ਉਸ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਸੀ। ਉਸ ਮੀਟਿੰਗ ਦੇ ਵਿੱਚ ਗੱਲ ਨਿਕਲ ਕੇ ਆਈ ਸੀ, ਕਾਰਪੋਰੇਟ ਹਾਊਸ ਵੀ ਉਸ ਮੀਟਿੰਗ ਦੇ ਵਿੱਚ ਸੀ ਤੇ ਬੀਜੇਪੀ ਸਰਕਾਰ ਦੇ ਨੁਮਾਇੰਦੇ ਵੀ ਉਸ ਮੀਟਿੰਗ ਵਿੱਚ ਸੀ। ਉਸ ਮੀਟਿੰਗ ਦੇ ਵਿੱਚ ਗੱਲ ਚੱਲੀ ਸੀ ਕਿ ਖੇਤੀ ਦੀ ਗਰੋਥ ਦੇ ਵਿੱਚ ਖੜੋਤ ਆ ਗਈ। ਇਸ ਖੜੋਤ ਨੂੰ ਤੋੜਨ ਦੇ ਲਈ ਖੇਤੀ ਦੇ ਵਿੱਚ ਇਨਵੈਸਟ ਕਰਨਾ ਜ਼ਰੂਰੀ ਹੈ। ਕਿਸਾਨਾਂ ਦੀ ਪੈਸੇ ਦੇ ਤੌਰ ਤੇ ਇੰਨੀ ਸਮਰੱਥਾ ਨਹੀਂ ਹੈਗੀ ਕਿ ਕਿਸਾਨ ਖੇਤੀ ਦੇ ਵਿੱਚ ਇਨਵੈਸਟ ਕਰ ਸਕਣ। ਇਸ ਕਰਕੇ ਅਸੀਂ ਪਲਾਨ ਕੀਤਾ ਹੈ, ਨੀਤੀ ਆਯੋਗ ਦੀ ਮੀਟਿੰਗ ਸੀ, ਉਹਨਾਂ ਦਾ ਕਹਿਣਾ ਸੀ ਕਿ ਅਸੀਂ ਪਲਾਨ ਕੀਤਾ ਹੈ ਕਿ ਖੇਤੀ ਦੇ ਵਿੱਚ ਇਨਵੈਸਟ ਕਾਰਪੋਰੇਟ ਘਰਾਣੇ ਕਰਨਗੇ। ਉਦੋਂ ਕਾਰਪੋਰੇਟ ਹਾਊਸ ਨੇ, ਜੋ ਉਦਯੋਗਪਤੀ ਘਰਾਣੇ ਨੇ, ਜੋ ਉਹਨਾਂ ਦਾ ਹੈੱਡ ਖੜਾ ਹੋਇਆ, ਉਹਨੇ ਖੜੇ ਹੋ ਕੇ ਕਿਹਾ ਕਿ ਸਾਡੀ ਇੱਕੋ ਸ਼ਰਤ ਹੈ, ਅਸੀਂ ਇੱਕੋ ਸ਼ਰਤ ਦੇ ਉੱਤੇ ਖੇਤੀ ਦੇ ਵਿੱਚ ਇਨਵੈਸਟ ਕਰਾਂਗੇ, ਕਿਉਂਕਿ ਸਾਨੂੰ 5-5, 7-7, 10-10 ਹਜ਼ਾਰ, 15-15 ਹਜ਼ਾਰ ਕਿੱਲੇ ਦੇ ਕਲਸਟਰ ਬਣਾ ਕੇ ਦਿੱਤੇ ਜਾਣ ਜਿੱਥੇ ਅਸੀਂ ਖੇਤੀ ਕਰਾਂਗੇ। ਤੇ ਇੱਕ ਖਾਸ ਗੱਲ ਉਹਨਾਂ ਨੇ ਹੋਰ ਕਹੀ ਕਿ ਖੇਤੀ ਅਸੀਂ ਕਰਾਂਗੇ ਤੇ ਕਿਸਾਨ ਖੇਤੀ ਦੇ ਵਿੱਚੋਂ ਬਾਹਰ ਹੋ ਜੇ। ਉਹ ਇੰਨਾ ਕੁ ਜ਼ਰੂਰ ਕਰ ਸਕਦਾ ਕਿ ਸਾਡੇ ਕੋਲ ਉਹ ਮਜ਼ਦੂਰੀ ਤਾਂ ਕਰ ਸਕਦਾ ਖੇਤ ਦੇ ਵਿੱਚ, ਪਰ ਅਸੀਂ ਠੇਕੇ 'ਤੇ ਜ਼ਮੀਨਾਂ ਲੈ ਲਾਂਗੇ, 5-5, 10-10 ਹਜ਼ਾਰ ਕਿੱਲੇ ਦੇ ਕਲਸਟਰ ਬਣਾ ਲਾਂਗੇ, ਫਿਰ ਅਸੀਂ ਖੇਤੀ ਕਰਾਂਗੇ। ਤੇ ਉਸ ਤੋਂ ਬਾਅਦ 2017 ਤੋਂ ਬਾਅਦ ਹੀ ਇਹ ਲੱਗਦਾ ਸੀ ਕਿ ਹੁਣ ਜੋ ਖੇਤੀ ਦੇ ਉੱਤੇ, ਜ਼ਮੀਨਾਂ ਦੇ ਉੱਤੇ ਕਾਰਪੋਰੇਟ ਉਦਯੋਗਪਤੀ ਨੇ, ਜੋ ਉਹ ਆਪਣਾ ਗਲਬਾ ਕੱਸਣ ਦੀ ਤਿਆਰੀ ਕਰ ਚੁੱਕੇ ਨੇ। ਉਸ ਤੋਂ ਬਾਅਦ ਦੌਰ ਸ਼ੁਰੂ ਹੁੰਦਾ ਕਰੋਨਾ ਦਾ ਦੌਰ। ਕਰੋਨਾ ਦੇ ਵਿੱਚ ਸੈਕਟਰ ਬਾਈ ਸੈਕਟਰ GDP ਹਰ ਸੈਕਟਰ ਦੀ ਥੱਲੇ ਗਈ। ਸਿਰਫ ਇੱਕ ਖੇਤੀ ਹੀ ਸੀ ਜਿਹੜੀ 3.4 GDP ਜਿਹਦੀ ਉੱਪਰ ਰਹੀ ਤੇ ਉਹਨੂੰ ਦੇਖ ਕੇ ਲੱਗਦਾ, ਬਾਰ-ਬਾਰ ਕਿਸਾਨ ਆਗੂਆਂ ਦਾ ਕਹਿਣਾ ਕਿ ਉਦਯੋਗਪਤੀ ਸੋਚਦੇ ਨੇ ਖੇਤੀ ਦੇ ਵਿੱਚ ਇੱਕ ਬੜਾ ਵੱਡਾ ਮੁਨਾਫਾ, ਕਿਉਂਕਿ ਉਹਨਾਂ ਨੇ ਕਰੋਨਾ ਦੇ ਵਿੱਚ ਦੇਖ ਚੁੱਕੇ ਨੇ ਕਿ ਹਰ ਇੱਕ ਬੰਦਾ ਹਰ ਇੱਕ ਚੀਜ਼ ਬਗੈਰ ਸਾਰ ਸਕਦਾ, ਗੱਡੀ ਬਿਨਾਂ ਵੀ ਸਾਰ ਸਕਦਾ, ਮੋਟਰਸਾਈਕਲ ਬਿਨਾਂ, ਘਰ ਬਗੈਰ ਵੀ ਸਾਰ ਸਕਦਾ, ਪਰ ਬੰਦਾ ਰੋਟੀ ਬਿਨਾਂ, ਭੋਜਨ ਬਿਨਾਂ, ਖਾਣੇ ਬਿਨਾਂ ਨਹੀਂ ਸਾਰ ਸਕਦਾ। ਇਸੇ ਕਰਕੇ ਜੋ ਉਦਯੋਗਪਤੀ ਨੇ, ਉਹਨਾਂ ਦੀ ਅਗਲੀ ਜੋ ਇਨਵੈਸਟਮੈਂਟ ਹੈ, ਅਗਲੇ ਉਹਨਾਂ ਦੇ ਪਲਾਨ ਨੇ, ਜੋ ਉਹ ਪਲਾਨ ਨੇ ਕਿ ਉਹ ਖੇਤੀ ਦੇ ਵਿੱਚ ਆ ਕੇ ਇਨਵੈਸਟ ਕਰਨ ਤੇ ਜ਼ਮੀਨਾਂ ਦੇ ਉਹ ਮਾਲਕ ਬਣਨ, ਜਿਹਨੂੰ ਲੈ ਕੇ ਇਹ ਅੰਦੋਲਨ ਵਿੱਢਿਆ ਹੋਇਆ। ਲਗਾਤਾਰ ਅੰਦੋਲਨ ਚੱਲ ਰਿਹਾ। ਕਿਸਾਨ ਆਗੂਆਂ ਦੀ 11 ਗੇੜ ਦੀ ਮੀਟਿੰਗ ਅਸਫਲ ਰਹੀ, ਉਹਦੇ 'ਚ ਕੋਈ ਗੱਲ ਨਹੀਂ ਨਿਕਲ ਸਕੀ। ਤੇ ਹੁਣ ਨਰਿੰਦਰ ਮੋਦੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜਿਨ੍ਹਾਂ ਤੇ ਲੋਕਾਂ ਨੂੰ ਆਸ ਹੈ, ਉਮੀਦ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਲੋਕਾਂ ਲਈ ਚੰਗਾ ਕਰਨਗੇ, ਜੋ ਉਹਨਾਂ ਨੇ ਕੀਤਾ ਤੁਹਾਡੇ ਸਾਹਮਣੇ ਉਹ ਕਹਿੰਦੇ ਨੇ ਕਿ ਜੋ ਮੈਂ ਫੈਸਲੇ ਲੈ ਲੈਣਾ, ਮੈਂ ਖਰੇ ਫੈਸਲੇ ਲੈਣਾ, ਮੈਂ ਉਹਨਾਂ ਫੈਸਲਿਆਂ ਤੋਂ ਮੈਂ ਪਿੱਛੇ ਨਹੀਂ ਹਟਦਾ ਹੈਗਾ, ਪਿੱਛੇ ਨਹੀਂ ਮੁੜਦਾ ਹੈਗਾ। ਦੂਜੀ ਗੱਲ ਉਹ ਕੀ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹਾਂ। ਜੇਕਰ ਤੁਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੋ, ਦੂਜੇ ਪਾਸੇ ਤੁਸੀਂ ਪਿੱਛੇ ਵੀ ਨਹੀਂ ਮੁੜਨਾ ਚਾਹੁੰਦੇ, ਤਾਂ ਫਿਰ ਗੱਲਬਾਤ ਕਿਵੇਂ ਸੰਭਵ ਹੋਊਗੀ? ਇਹ ਕਿਵੇਂ ਇੱਕ ਪਾਸੇ ਲੱਗੂ ਗੱਲ? ਤੁਸੀਂ ਤਾਂ ਕਹਿੰਦੇ ਹੋ ਕਿ ਅਸੀਂ ਕਾਨੂੰਨ ਵਾਪਸ ਨਹੀਂ ਕਰਨੇ, ਕਿਸਾਨ ਕਹਿੰਦੇ ਅਸੀਂ ਵਾਪਸ ਕਰਵਾਏ ਬਿਨਾਂ ਵਾਪਸ ਨਹੀਂ ਮੁੜਦੇ ਹੈਗੇ, ਦਿੱਲੀ ਬੈਠੇ ਨੇ ਉਹ, ਤਾਂ ਫਿਰ ਇਹ ਗੱਲਬਾਤ ਜਾਊਗੀ ਕਿਹੜੇ ਪਾਸੇ ਨੂੰ? ਤੁਸੀਂ ਨਾ ਤੇ ਅੜੇ ਹੋਏ ਹੋ, ਕਿਸਾਨ ਹਾਂ ਤੇ ਅੜੇ ਹੋਏ। ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲੋਕਾਂ ਤੋਂ ਇੱਕ ਸੋਚ ਲੈਣਾ ਚਾਹੀਦਾ ਕਿ ਲੋਕਾਂ ਨੇ ਸਾਨੂੰ ਵੋਟਾਂ ਪਾ ਕੇ ਸਰਕਾਰ ਦਿੱਤੀ ਹੈ, ਲੋਕਤੰਤਰ ਦੇਸ਼ ਹੈ, ਡੈਮੋਕ੍ਰੇਟਿਕ ਸਿਸਟਮ ਹੈ ਸਾਡਾ, ਲੋਕਾਂ ਨੇ ਸਰਕਾਰ ਦਿੱਤੀ ਹੈ ਤਾਂ ਲੋਕਾਂ ਦੇ ਇਹਨਾਂ ਨੂੰ ਨਾਲ ਖੜਨਾ ਬਣਦਾ, ਨਾ ਕਿ ਇਹ ਗੱਲਾਂ ਕਰਨੀ ਬਣਦੀਆਂ ਨੇ ਕਿ ਅਸੀਂ ਆਪਣੇ ਫੈਸਲੇ ਤੋਂ ਵਾਪਸ ਨਹੀਂ ਮੁੜਦੇ, ਅਸੀਂ ਖਰੇ ਫੈਸਲੇ ਕਰਦੇ ਹਾਂ। ਤੇ ਕਿਸਾਨੀ ਅੰਦੋਲਨ, ਕਿਸਾਨਾਂ ਦਾ ਕਹਿਣਾ ਉਦੋਂ ਤੱਕ ਚੱਲੂਗਾ ਜਦੋਂ ਤੱਕ BJP ਸਰਕਾਰ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਮੁੜਦੀ। ਧੰਨਵਾਦ।